इस वीडियो राਹੀਂ ਅਸੀਂ ਪਾਠ ਨੰਬਰ 19 ਜੋ ਪਹਿਲਾਂ 22 ਸੀ ਲੋਕਤੰਤਰ ਡੈਮੋਕ੍ਰੇਸੀ ਰਿਪਰੈਜ਼ੈਂਟੇਟਿਵ ਇੰਸਟੀਟਿਊਟਸ ਇਸ ਪਾਠ ਦੇ ਅਸੀਂ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਵਿੱਚ ਕਰਾਂਗੇ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਸਭ ਤੋਂ ਪਹਿਲਾ ਕੁਐਸਚਨ ਸਰਬ ਵਿਆਪਕ ਮਤ ਅਧਿਕਾਰ ਤੋਂ ਕੀ ਭਾਵ ਹੈ? ਵਟ ਡੂਜ਼ ਯੂ ਮੀਨ ਬਾਈ ਯੂਨੀਵਰਸਲ ਅਡਲਟ ਫਰੈਂਚਾਈਜ਼? ਜਦੋਂ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਤ ਦੇਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਵੈਨ ਆਲ ਅਡਲਟ ਸਿਟੀਜ਼ਨਸ ਆਫ ਦਾ ਕੰਟਰੀ ਹੈਵ ਦਾ ਰਾਈਟ ਟੂ ਵੋਟ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ। ਜਦੋਂ ਦੇਸ਼ ਦੇ ਸਾਰੇ ਬਾਲਗ ਭਾਵ ਜਿਹੜਾ ਵਿਅਕਤੀ 18 ਸਾਲ ਜਾਂ ਉਸ ਤੋਂ ਵੱਧ ਹੈ ਉਸ ਨੂੰ ਬਾਲਗ ਕਿਹਾ ਜਾਂਦਾ। ਜਦੋਂ ਕੋਈ ਵਿਅਕਤੀ 18 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਬਾਲਗ ਕਿਹਾ ਜਾਂਦਾ ਸਾਡੇ ਭਾਰਤ ਦੇ ਵਿੱਚ ਅਡਲਟ। ਅਤੇ ਉਹ ਮਾਨਸਿਕ ਤੌਰ 'ਤੇ ਤੰਦਰੁਸਤ ਹੋਵੇ ਅਤੇ ਉਸਦੇ ਵਿਰੁੱਧ ਕੋਈ ਗੰਭੀਰ ਆਰੋਪ ਨਾ ਲੱਗਿਆ ਹੋਵੇ ਤਾਂ ਉਸ ਵਿਅਕਤੀ ਦੀ ਵੋਟ ਬਣ ਜਾਂਦੀ ਹੈ ਅਤੇ ਉਸ ਨੂੰ ਵੋਟ ਮਤ ਹੁੰਦਾ ਵੋਟ ਆਪਣੀ ਮਤ ਦੇਣਾ ਆਪਣੀ ਵੋਟ ਦੇਣਾ ਭਾਵ ਉਸ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ। ਜਦੋਂ ਕਿਸੇ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਤ ਦੇਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ਉਸ ਨੂੰ ਸਰਬ ਵਿਆਪਕ ਮਤ ਅਧਿਕਾਰ ਕਹਿੰਦੇ ਹਨ। ਪਹਿਲਾ ਕੁਐਸਚਨ ਹੋ ਗਿਆ। ਅਗਲਾ ਕੁਐਸਚਨ ਚੋਣ ਪ੍ਰਕਿਰਿਆ ਦੀਆਂ ਕੋਈ ਦੋ ਸਟੇਜਾਂ ਦਾ ਵਰਣਨ ਕਰੋ। ਐਕਸਪਲੇਨ 2 ਸਟੇਜਿਸ ਆਫ ਇਲੈਕਸ਼ਨ ਪ੍ਰੋਸੈਸ ਇਨ ਇੰਡੀਆ। ਸਾਡੇ ਭਾਰਤ ਵਿੱਚ ਵੋਟਾਂ ਪੈਂਦੀਆਂ ਨੇ, ਅਸੀਂ ਆਪਣਾ ਮਤ ਦਿੰਦੇ ਹਾਂ। ਉਸ ਦੀ ਕੀ ਪ੍ਰਕਿਰਿਆ ਹੁੰਦੀ ਹੈ? ਸਭ ਤੋਂ ਪਹਿਲਾਂ ਕੀ ਹੁੰਦਾ? ਚੋਣ ਦੀ ਤਰੀਕ ਦਾ ਐਲਾਨ, ਨੋਟੀਫਿਕੇਸ਼ਨ ਆਫ ਇਲੈਕਸ਼ਨਸ। ਚੋਣ ਕਮਿਸ਼ਨ ਚੋਣ ਦੀ ਤਰੀਕ ਦਾ ਐਲਾਨ ਕਰਦਾ ਹੈ। ਦਾ ਇਲੈਕਸ਼ਨ ਕਮਿਸ਼ਨ ਅਨਾਊਂਸਿਸ ਦਾ ਡੇਟ ਆਫ ਦਾ ਇਲੈਕਸ਼ਨ। ਸੁਤੰਤਰ ਨਿਰਪੱਖ ਚੋਣਾਂ ਕਰਾਉਣ ਦੇ ਲਈ ਇੱਕ ਸੁਤੰਤਰ ਸੰਸਥਾ ਹੈ ਜੋ ਅੱਜ ਸਵੇਰ ਦਾ ਜੋ ਕੰਮ ਆਉਂਦਾ ਡੇਲੀ ਰੋਜ਼ ਦਾ ਉਸ ਦੇ ਵਿੱਚ ਵੀ ਆਇਆ ਸੀ। ਇੱਕ ਸੁਤੰਤਰ ਸੰਸਥਾ ਹੈ ਸਾਡੇ, ਉਸ ਨੂੰ ਕਿਹਾ ਜਾਂਦਾ ਚੋਣ ਕਮਿਸ਼ਨ। ਉਹ ਸਾਡੇ ਦੇਸ਼ ਦੀਆਂ ਲੋਕ ਸਭਾ, ਰਾਜ ਸਭਾ ਅਤੇ ਸਾਡੇ ਵਿਧਾਨ ਸਭਾਵਾਂ ਦੀਆਂ ਵੋਟਾਂ ਦਾ ਕੰਮ ਕਰਦਾ ਹੈ। ਚੋਣ ਕਮਿਸ਼ਨ ਇੱਕ ਸੰਸਥਾ ਹੈ ਵਰਤਮਾਨ ਸਮੇਂ ਜਿਸ ਦੇ 3 ਅਧਿਕਾਰੀ ਨੇ, ਇੱਕ ਮੁੱਖ ਚੋਣ ਕਮਿਸ਼ਨਰ, 2 ਚੋਣ ਕਮਿਸ਼ਨਰ, ਕੁੱਲ 3 ਮੈਂਬਰ ਨੇ ਉਸ ਸੰਸਥਾ ਦੇ। ਤਾਂ ਚੋਣ ਕਮਿਸ਼ਨ ਚੋਣ ਦੀ ਤਰੀਕ ਦਾ ਐਲਾਨ ਕਰਦਾ ਹੈ। ਜੋ ਚੋਣ ਕਮਿਸ਼ਨ ਹੈ ਉਹ ਚੋਣ ਦੀ ਤਾਰੀਖ ਦਾ ਐਲਾਨ ਕਰਦਾ ਹੈ। ਉਮੀਦਵਾਰ ਦੀ ਚੋਣ। ਵੱਖ ਰਾਜਨੀਤਿਕ ਦਲ ਚੋਣ ਲੜਨ ਲਈ ਆਪਣੇ ਭਰੋਸੇਯੋਗ ਉਮੀਦਵਾਰਾਂ ਦੀ ਚੋਣ ਕਰਦੇ ਹਨ। ਭਰੋਸੇਯੋਗ ਉਮੀਦਵਾਰਾਂ ਦੀ ਦੱਦੇ ਨੂੰ ਬਿਹਾਰੀ ਕਰ ਲੈਣਾ, ਸਿਹਾਰੀ ਗਲਤ ਪੈ ਗਿਆ, ਦੀ ਚੋਣ ਕਰਦੇ ਹਨ। ਸਿਲੈਕਸ਼ਨ ਆਫ ਕੈਂਡੀਡੇਟਸ। ਡਿਫਰੈਂਟ ਪੋਲੀਟੀਕਲ ਪਾਰਟੀ ਚੂਜ਼ ਦੇਅਰ ਟਰਸਟਡ ਕੈਂਡੀਡੇਟਸ ਟੂ ਕੰਟੈਸਟ ਇਲੈਕਸ਼ਨ ਭਾਵ ਜਿਨ੍ਹਾਂ ਤੇ ਉਹਨਾਂ ਨੂੰ ਭਰੋਸਾ ਹੁੰਦਾ ਕਿ ਇਹ ਵਿਅਕਤੀ ਸਾਡਾ ਇਹ ਉਮੀਦਵਾਰ ਚੋਣ ਜਿੱਤ ਸਕਦਾ, ਉਹ ਉਸ ਦੇ ਨਾਂ ਦੀ ਹੀ ਉਹ ਪੁਸ਼ਟੀ ਕਰਦੇ ਨੇ ਕਿ ਸਾਡੇ ਵੱਲੋਂ ਇਹ ਉਮੀਦਵਾਰ ਚੋਣ ਲੜੇਗਾ ਅਤੇ ਉਮੀਦਵਾਰ ਦੀ ਚੋਣ। ਇਸ ਤੋਂ ਅੱਗੇ ਹੋਰ ਪ੍ਰੋਸੈਸ ਨੇ। ਫਿਰ ਨਾਮਜ਼ਦਗੀ ਪੱਤਰ, ਜਿਸ ਉਮੀਦਵਾਰ ਨੇ ਚੋਣ ਲੜਨੀ ਹੁੰਦੀ ਹੈ ਉਸ ਦਾ ਨਾਮ ਪੇਸ਼ ਕੀਤਾ ਜਾਂਦਾ, ਫਿਰ ਉਸ ਦੇ ਨਾਮ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ, ਫਿਰ ਨਾਮ ਵਾਪਸ ਲੈਣ ਦੀ ਤਰੀਕ ਹੁੰਦੀ ਹੈ, ਫਿਰ ਉਸ ਤੋਂ ਬਾਅਦ ਚੋਣ ਦੀ ਤਰੀਕ ਦਾ ਐਲਾਨ ਭਾਵ ਮਤਲਬ ਕਿ ਕਿਹੜੇ ਹਲਕੇ ਦੇ ਵਿੱਚ ਚੋਣ ਕਦੋਂ ਹੋ ਜਾਣੀ ਹੈ, ਕਿੱਥੇ ਹੋਵੇਗੀ। ਇਹ ਸਾਰਾ ਕੁਛ ਜ਼ਿੰਮੇਵਾਰੀ ਹੈ ਸਾਡੇ ਚੋਣ ਕਮਿਸ਼ਨ ਦੀ। ਇਹ 2 ਪੱਧਰ ਨੇ। ਜੋ ਚੋਣ ਕਮਿਸ਼ਨ ਹੈ ਉਹ ਸਾਡੇ ਲੋਕ ਸਭਾ, ਵਿਧਾਨ ਸਭਾਵਾਂ ਦੀਆਂ ਵੋਟਾਂ ਕਰਾਉਂਦਾ ਹੈ ਨਿਰਪੱਖ ਤੌਰ 'ਤੇ, ਕਿਸੇ ਦਾ ਪੱਖ ਨਹੀਂ ਪੂਰਦਾ। ਸਾਡਾ ਪਹਿਲਾ ਚੋਣ ਦੀ ਤਰੀਕ ਦਾ ਐਲਾਨ, ਨੋਟੀਫਿਕੇਸ਼ਨ ਆਫ ਇਲੈਕਸ਼ਨਸ, ਚੋਣ ਦੀ ਤਰੀਕ ਦਾ ਐਲਾਨ ਕੀਤਾ ਜਾਂਦਾ। ਫਿਰ ਉਮੀਦਵਾਰ ਦੀ ਚੋਣ ਭਾਵ ਇਹ 2 ਪ੍ਰੋਸੈਸ ਨੇ। ਇਸ ਤੋਂ ਅੱਗੇ ਹੋਰ ਵੀ ਨੇ ਅਤੇ 2 ਪੁੱਛਿਆ, ਅਸੀਂ 2 ਦੱਸਤਾ।
ਜੇ ਜ਼ਿਆਦਾ ਪੜ੍ਹਨੇ ਨੇ ਤਾਂ ਤੁਸੀਂ ਆਪਣੀ ਕਿਤਾਬ ਦੇ ਵਿੱਚੋਂ ਇਸ ਪਾਠ ਦੇ ਵਿੱਚ ਜੋ ਦਿੱਤਾ ਹੋਇਆ ਤੁਸੀਂ ਪੜ੍ਹ ਵੀ ਸਕਦੇ ਹੋ। ਕੁਐਸਚਨ 3, ਪ੍ਰਤੀਨਿਧੀ ਸਰਕਾਰ ਕਿਹੜੀ ਸਰਕਾਰ ਨੂੰ ਕਿਹਾ ਜਾਂਦਾ ਹੈ? ਵਿਚ ਗਵਰਨਮੈਂਟ ਇਜ਼ ਨੋਨ ਐਜ਼ ਰਿਪਰੈਜ਼ੈਂਟੇਟਿਵ ਗਵਰਨਮੈਂਟ? ਪ੍ਰਤੀਨਿਧੀ ਸਰਕਾਰ ਵਿੱਚ ਲੋਕ ਆਪਣਾ ਸ਼ਾਸਨ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਚਲਾਉਂਦੇ ਹਨ। ਇਨ ਰਿਪਰੈਜ਼ੈਂਟੇਟਿਵ ਗਵਰਨਮੈਂਟ ਦ ਪੀਪਲ ਗਵਰਨ ਦੈਮਸੈਲਫ ਇਨਡਾਇਰੈਕਟਲੀ ਥਰੂ ਇਲੈਕਟਡ ਰਿਪਰੈਜ਼ੈਂਟੇਟਿਵਸ। ਜੋ ਪ੍ਰਤੀਨਿਧੀ ਸਰਕਾਰ ਹੁੰਦੀ ਹੈ, ਜਿਹੜਾ ਲੋਕਤੰਤਰ ਹੈ ਇਹ ਦੋ ਤਰ੍ਹਾਂ ਦਾ, ਭਾਵ ਸਿੱਧਾ ਲੋਕਤੰਤਰ ਪ੍ਰਤੱਖ ਡਾਇਰੈਕਟ ਡੈਮੋਕ੍ਰੇਸੀ ਅਤੇ ਅਪ੍ਰਤੱਖ ਅਸਿੱਧਾ ਇਨਡਾਇਰੈਕਟ। ਜਿਵੇਂ ਸਵਿਟਜ਼ਰਲੈਂਡ ਹੈ ਇੱਕ ਦੇਸ਼, ਸਵਿਟਜ਼ਰਲੈਂਡ ਦੇ ਵਿੱਚ ਸਿੱਧਾ ਲੋਕਤੰਤਰ ਆ, ਉੱਥੇ ਲੋਕ ਸਾਰੇ ਫੈਸਲੇ ਆਪ ਕਰਦੇ ਨੇ। ਪਰ ਸਾਡੇ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ, ਤਾਂ ਉਸ ਆਬਾਦੀ ਦੇ ਕਾਰਨ ਸਾਰੇ ਲੋਕਾਂ ਦਾ ਕਿਸੇ ਜਗ੍ਹਾ 'ਤੇ ਇਕੱਠੇ ਹੋਣਾ ਸੰਭਵ ਨਹੀਂ ਹੈ। ਸਾਰੇ ਵਿੱਚ ਲੋਕਾਂ ਦਾ ਇਸ ਵਿੱਚ ਕੋਈ ਰੁਚੀ ਵੀ ਨਹੀਂ ਹੁੰਦੀ, ਇਸ ਲਈ ਸਾਡੇ ਵੋਟਾਂ ਪੈਂਦੀਆਂ ਨੇ ਅਤੇ ਅਸੀਂ ਆਪਣੇ ਪ੍ਰਤੀਨਿਧ ਚੁਣ ਕੇ ਭੇਜਦੇ ਹਾਂ ਅਤੇ ਉਹ ਲੋਕਾਂ ਦੇ ਵੱਲੋਂ ਫੈਸਲੇ ਕਰਦੇ ਹਨ। ਜਿਵੇਂ ਸਾਡੇ ਲੋਕ ਸਭਾ ਦੀਆਂ, ਰਾਜ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਹਨ। ਜਿਵੇਂ ਸਾਡੇ ਕੇਂਦਰ ਦੇ ਵਿੱਚ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਨ। ਉਹ ਲੋਕਾਂ ਦੁਆਰਾ ਚੁਣ ਕੇ ਭੇਜੇ ਗਏ ਹਨ, ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਹਨ। ਉਹ ਲੋਕਾਂ ਦੇ ਅਨੁਸਾਰ ਕੰਮ ਕਰਦੇ ਹਨ। ਸਾਡੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਅਧੀਨ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹਨ। ਉਹ ਵੀ ਲੋਕਾਂ ਦੁਆਰਾ ਚੁਣ ਕੇ ਭੇਜੇ ਗਏ ਹਨ। ਜੇਕਰ ਕੋਈ ਪਾਰਟੀ, ਕੋਈ ਦਲ, ਸਰਕਾਰ ਲੋਕਾਂ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਅਗਲੀਆਂ ਚੋਣਾਂ ਦੇ ਦੌਰਾਨ ਲੋਕ ਉਹਨਾਂ ਨੂੰ ਬਦਲ ਵੀ ਸਕਦੇ ਹਨ, ਭਾਵ ਕਿਸੇ ਨੂੰ ਹੋਰ ਆਪਣਾ ਪ੍ਰਤੀਨਿਧ ਚੁਣ ਸਕਦੇ ਹਨ। ਤਾਂ ਪ੍ਰਤੀਨਿਧੀ ਸਰਕਾਰ ਵਿੱਚ ਲੋਕ ਆਪਣਾ ਸ਼ਾਸਨ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਚਲਾਉਂਦੇ ਹਨ, ਨਾ ਕਿ ਸਿੱਧਾ ਆਪ। ਲੋਕਤੰਤਰ ਵਿੱਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ? ਵਟ ਇਜ਼ ਦਾ ਇੰਪੋਰਟੈਂਸ ਆਫ ਰੀਪ੍ਰੈਜ਼ੈਂਟੇਸ਼ਨ ਇਨ ਡੈਮੋਕ੍ਰੇਸੀ? ਵਰਤਮਾਨ ਲੋਕਤੰਤਰ ਵਿੱਚ ਲੋਕ ਸ਼ਾਸਨ ਪ੍ਰਬੰਧ ਵਿੱਚ ਸਿੱਧਾ ਭਾਗ ਨਾ ਲੈ ਕੇ ਆਪਣੇ ਪ੍ਰਤੀਨਿਧਾਂ ਰਾਹੀਂ ਹੀ ਸ਼ਾਸਨ ਕਰਦੇ ਹਨ। ਇਨ ਟੂਡੇਜ਼ ਡੈਮੋਕ੍ਰੇਸੀ ਪੀਪਲ ਗਵਰਨ ਥਰੂ ਦੇਅਰ ਰਿਪ੍ਰੈਜ਼ੈਂਟੇਟਿਵਸ ਵਿਦਾਊਟ ਡਾਇਰੈਕਟਲੀ ਪਾਰਟੀਸਪੇਟਿੰਗ ਇਨ ਐਡਮਿਨਿਸਟ੍ਰੇਸ਼ਨ। ਸ਼ਾਸਨ ਦੇ ਕੰਮ ਵਿੱਚ ਲੋਕ ਸਿੱਧਾ ਭਾਗ ਨਹੀਂ ਲੈਂਦੇ ਅਤੇ ਉਹਨਾਂ ਦੇ ਚੁਣੇ ਹੋਏ ਪ੍ਰਤੀਨਿਧ ਭਾਗ ਲੈਂਦੇ ਨੇ। ਜਿਵੇਂ ਪੰਜਾਬ ਦੇ ਵਿੱਚ 117 MLA ਦੀ ਚੋਣ ਕੀਤੀ ਜਾਂਦੀ ਹੈ, ਜੋ ਪੂਰੇ ਸਮੁੱਚੇ ਪੰਜਾਬ ਦੇ ਲਈ ਫੈਸਲੇ ਕਰਦੇ ਹਨ, ਅਤੇ 7 MP। ਜਿਵੇਂ ਸਾਡੇ ਸੰਸਦ ਦੇ ਵਿੱਚ ਲੋਕ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ 545 ਹੈ, ਅਤੇ ਉਹਨਾਂ ਵਿੱਚੋਂ ਜਿਹੜੇ ਪ੍ਰਤੀਨਿਧ ਹੁੰਦੇ ਹਨ ਉਹਨਾਂ ਨੂੰ ਲੋਕ ਚੁਣ ਕੇ ਭੇਜਦੇ ਨੇ ਅਤੇ ਉਹ ਲੋਕਾਂ ਦੇ ਅਨੁਸਾਰ ਕੰਮ ਕਰਦੇ ਹਨ। ਤਾਂ ਲੋਕਤੰਤਰ ਵਿੱਚ ਪ੍ਰਤੀਨਿਧਤਾ ਦਾ ਬਹੁਤ ਮਹੱਤਵ ਹੈ। ਲੋਕ ਸਿੱਧਾ ਭਾਗ ਨਹੀਂ ਲੈ ਸਕਦੇ, ਆਪਣੇ ਇੱਕ ਪ੍ਰਤੀਨਿਧ ਨੂੰ ਭੇਜਦੇ ਨੇ ਚੁਣ ਕੇ ਆਪਣੇ ਹਲਕੇ ਵੱਲੋਂ। ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸ ਨੂੰ ਹੈ? ਹੂ ਇਜ਼ ਅਥੋਰਾਈਜ਼ਡ ਟੂ ਕਾਸਟ ਵੋਟ ਇਨ ਇੰਡੀਆ? ਭਾਰਤ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਇਨ ਇੰਡੀਆ ਏ ਸਿਟੀਜ਼ਨ ਏਜਡ 18 years ਐਂਡ ਅਬਵ ਹੈਜ਼ ਦਾ ਰਾਈਟ ਟੂ ਵੋਟ। 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਤਾਂ ਉਦੋਂ ਜੋ ਵੋਟ ਪਾਉਣ ਦੀ ਉਮਰ ਰੱਖੀ ਸੀ ਉਹ 21 ਸਾਲ ਰੱਖੀ ਸੀ, 21 ਸਾਲ 21 years। ਫਿਰ ਬਾਅਦ ਦੇ ਵਿੱਚ ਇਹਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ। ਵਰਤਮਾਨ ਸਮੇਂ 18 ਸਾਲ ਹੈ। ਅਗਲਾ ਕੁਐਸਚਨ, ਦੋ ਦਲੀ ਅਤੇ ਬਹੁਦਲੀ ਦਲ ਪ੍ਰਣਾਲੀ ਵਿੱਚ ਕੀ ਅੰਤਰ ਹੈ? ਵਟ ਇਜ਼ ਦਾ ਡਿਫਰੈਂਸ ਬਿਟਵੀਨ ਟੂ ਪਾਰਟੀ ਸਿਸਟਮ ਐਂਡ ਮਲਟੀ ਪਾਰਟੀ ਸਿਸਟਮ? ਜਦੋਂ ਕਿਸੇ ਦੇਸ਼ ਵਿੱਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ ਤਾਂ ਉਸ ਨੂੰ ਦੋ ਦਲੀ ਪ੍ਰਣਾਲੀ ਆਖਦੇ ਹਨ, ਭਾਵ ਦੋ ਹੀ ਦਲ ਮੁੱਖ ਹੁੰਦੇ ਨੇ। ਦੋ ਹੀ ਦਲ ਚੋਣ ਦੇ ਦੌਰਾਨ ਆਪਸ ਦੇ ਵਿੱਚ ਉਹਨਾਂ ਦਾ ਮੁਕਾਬਲਾ ਹੁੰਦਾ, ਜ਼ਿਆਦਾ ਦਲ ਨਹੀਂ ਹੁੰਦੇ। ਜਿਵੇਂ ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਦੋ ਮੁੱਖ ਦਲ ਨੇ ਅਤੇ ਉਹਨਾਂ ਦੇ ਵਿਚਕਾਰ ਹੀ ਮੁਕਾਬਲਾ ਹੁੰਦਾ। When there are two main political parties in a country, it is called a two-party system, such as England, USA. ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਦੋ ਦਲ ਹਨ ਮੁੱਖ, ਹੋਰ ਜ਼ਿਆਦਾ ਕੋਈ ਦਲ ਨਹੀਂ ਹਨ। ਦੋ ਦਲ ਹੀ ਹਨ।
ਬਹੁਦਲੀ। ਜਦੋਂ ਕਈ ਰਾਜਨੀਤਿਕ ਦਲ ਹੋਣ ਤਾਂ ਉਸ ਨੂੰ ਬਹੁਦਲੀ ਆਖਦੇ ਹਨ। ਜਿਵੇਂ ਸਾਡੇ ਭਾਰਤ ਵਿੱਚ ਬਹੁਤ ਜ਼ਿਆਦਾ ਦਲ ਹਨ, ਜਿਵੇਂ ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਪਾਰਟੀ। ਕਮਿਊਨਿਸਟ ਪਾਰਟੀ ਦੇ ਦੋ ਧੜੇ ਨੇ, ਵੱਖਰੀਆਂ ਵੱਖਰੀਆਂ ਪਾਰਟੀਆਂ ਨੇ। ਅਤੇ ਫਿਰ ਸਾਡੇ ਪ੍ਰਾਂਤਕ ਸਟੇਟ ਪਾਰਟੀਆਂ ਨੇ, ਜਿਵੇਂ ਸਾਡੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਲੋਕ ਇਨਸਾਫ ਪਾਰਟੀ। ਕਈ ਦਲ ਹਨ ਪੰਜਾਬ ਦੇ ਵਿੱਚ। ਕਿਸੇ ਦੋ ਦਲਾਂ ਦੇ ਵਿਚਕਾਰ ਮੁਕਾਬਲਾ ਨਹੀਂ ਹੁੰਦਾ, ਖੁੱਲ੍ਹੇ ਤੌਰ 'ਤੇ ਮੁਕਾਬਲਾ ਹੁੰਦਾ। ਫਿਰ ਇਹਨਾਂ ਤੋਂ ਇਲਾਵਾ ਫਿਰ ਆਜ਼ਾਦ ਉਮੀਦਵਾਰ ਆ ਜਾਂਦੇ ਨੇ, ਜਿਨ੍ਹਾਂ ਨੂੰ ਕਿ ਪਾਰਟੀ ਆਪਣੇ ਵੱਲੋਂ ਟਿਕਟ ਨਹੀਂ ਦਿੰਦੀ। ਤਾਂ ਭਾਰਤ ਦੇ ਵਿੱਚ ਬਹੁਦਲੀ, ਵੈਨ ਦੇਅਰ ਆਰ ਸੈਵਰਲ ਪੋਲੀਟੀਕਲ ਪਾਰਟੀਜ਼, ਇਟ ਇਜ਼ ਕਾਲਡ ਮਲਟੀ ਪਾਰਟੀ ਸਿਸਟਮ ਸੱਚ ਐਜ਼ ਇੰਡੀਆ। ਜਦੋਂ ਕਈ ਰਾਜਨੀਤਿਕ ਦਲ ਹੁੰਦੇ ਨੇ ਤਾਂ ਉਸ ਨੂੰ ਬਹੁਦਲੀ ਪ੍ਰਣਾਲੀ ਆਖਦੇ ਹਨ। ਤਾਂ ਇਸ ਦੀ ਐਗਜ਼ਾਮਪਲ ਹੈ ਭਾਰਤ, ਦੋ ਦਲੀ, ਅਮਰੀਕਾ ਅਤੇ ਇੰਗਲੈਂਡ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ ਲੈ ਕੇ 60 ਸ਼ਬਦਾਂ ਵਿੱਚ ਲਿਖੋ। ਆਨਸਰ ਦਾ ਫੋਲੋਇੰਗ ਕੁਐਸਚਨਸ 50 to 60 ਵਰਡਸ। ਰਾਜਨੀਤਿਕ ਦਲਾਂ ਦਾ ਪ੍ਰਤੀਨਿਧ ਲੋਕਤੰਤਰ ਵਿੱਚ ਕੀ ਮਹੱਤਵ ਹੈ? ਵਟ ਇਜ਼ ਦਾ ਇੰਪੋਰਟੈਂਸ ਆਫ ਪੋਲੀਟੀਕਲ ਪਾਰਟੀਜ਼ ਇਨ ਰਿਪਰੈਜ਼ੈਂਟੇਟਿਵ ਸਿਸਟਮ। ਇੱਥੇ ਮੈਂ ਲਿਖਣਾ ਭੁੱਲ ਗਿਆ, ਕੁਐਸਚਨ ਇੰਪੋਰਟੈਂਸ ਆਫ ਪੋਲੀਟੀਕਲ ਪਾਰਟੀਜ਼ ਆਊਗਾ। ਰਾਜਨੀਤਿਕ ਦਲਾਂ ਤੋਂ ਬਿਨਾਂ ਲੋਕਤੰਤਰ ਸੰਭਵ ਨਹੀਂ ਹੈ। ਡੈਮੋਕ੍ਰੇਸੀ ਇਜ਼ ਨਾਟ ਪੋਸੀਬਲ ਵਿਦਾਊਟ ਪੋਲੀਟੀਕਲ ਪਾਰਟੀਜ਼। ਜੇਕਰ ਰਾਜਨੀਤਿਕ ਦਲ ਨਹੀਂ ਹੋਣਗੇ ਤਾਂ ਅਸੀਂ ਉਸ ਨੂੰ ਲੋਕਤੰਤਰ ਕਹਿ ਨਹੀਂ ਸਕਦੇ। ਜਿਹੜੇ ਦੇਸ਼ਾਂ ਦੇ ਵਿੱਚ ਰਾਜਤੰਤਰ ਹੈ ਉੱਥੇ ਕੋਈ ਪੋਲੀਟੀਕਲ ਪਾਰਟੀ, ਉੱਥੇ ਕੋਈ ਰਾਜਨੀਤਿਕ ਦਲ ਨਹੀਂ ਹੈ, ਕਿਉਂਕਿ ਇਹੀ ਰਾਜਨੀਤਿਕ ਦਲ ਤਾਂ ਸੱਤਾਧਾਰੀ ਸਰਕਾਰ ਦੀ ਪੋਲ ਖੋਲ੍ਹਦੇ ਹਨ। ਜਿਸ ਦੀ ਸਰਕਾਰ ਹੁੰਦੀ ਹੈ ਉਸ ਨੂੰ ਸੱਤਾਧਾਰੀ ਕਹਿੰਦੇ ਹਾਂ, ਅਤੇ ਜਿਹਨਾਂ ਦਲਾਂ ਦੀ ਸਰਕਾਰ ਨਹੀਂ ਬਣਦੀ ਉਹ ਬਣ ਜਾਂਦੇ ਨੇ ਵਿਰੋਧੀ ਧਿਰ। ਤਾਂ ਉਸ ਪਾਰਟੀ ਦੀ, ਉਸ ਸ਼ਾਸਨ ਕਰ ਰਹੀ ਪਾਰਟੀ ਦੀ ਜੋ ਪੋਲਾਂ ਹੁੰਦੀਆਂ ਨੇ ਉਹ ਤਾਂ ਵਿਰੋਧੀ ਦਲ ਹੀ ਖੋਲ੍ਹਦੇ ਹਨ। ਰਾਜਨੀਤਿਕ ਦਲ ਲੋਕਾਂ ਸਾਹਮਣੇ ਆਪਣੀਆਂ ਨੀਤੀਆਂ ਰੱਖਦੇ ਨੇ, ਆਪਣੇ ਚੋਣ ਮੈਨੀਫੈਸਟੋ ਪੱਤਰ ਜਾਰੀ ਕਰਦੇ ਨੇ ਅਤੇ ਲੋਕਾਂ ਨੂੰ ਦੱਸਦੇ ਨੇ ਕਿ ਉਹਨਾਂ ਦੇ ਲੋਕਾਂ ਪ੍ਰਤੀ ਕੀ ਸ਼ੁਭ ਵਿਚਾਰ ਨੇ, ਕਿ ਲੋਕਾਂ ਦਾ ਉਹ ਕਿੱਥੇ ਕਿੱਥੇ ਭਲਾ ਕਰ ਸਕਦੇ ਨੇ। ਪੋਲੀਟੀਕਲ ਪਾਰਟੀਜ਼ ਪ੍ਰੈਜ਼ੈਂਟ ਦੇਅਰ ਪੋਲਿਸੀਜ਼ ਟੂ ਦਾ ਪੀਪਲ। ਰਾਜਨੀਤਿਕ ਦਲ ਲੋਕਾਂ ਸਾਹਮਣੇ ਆਪਣੀਆਂ ਨੀਤੀਆਂ ਰੱਖਦੇ ਨੇ ਕਿ ਉਹਨਾਂ ਦੀਆਂ ਨੀਤੀਆਂ ਕਿਹੜੀਆਂ ਨੀਤੀਆਂ ਹਨ, ਅਤੇ ਜਿਹੜੀ ਸਰਕਾਰ ਹੁਣ ਸ਼ਾਸਨ ਕਰ ਰਹੀ ਹੈ ਇਹਦੀਆਂ ਨੀਤੀਆਂ ਕਿਵੇਂ ਲੋਕਾਂ ਦੇ ਲਈ ਮਾਰੂ ਹਨ। ਨੰਬਰ 3, ਰਾਜਨੀਤਿਕ ਦਲ ਲੋਕਾਂ ਨੂੰ ਦੂਜੇ ਦਲਾਂ ਦੀਆਂ ਨੀਤੀਆਂ ਦੱਸਦੇ ਨੇ। ਫਿਰ ਅਸੀਂ ਭਾਸ਼ਣ ਸੁਣਦੇ ਹਾਂ ਵੋਟਾਂ ਦੇ ਦੌਰਾਨ, ਤਾਂ ਪਹਿਲਾਂ ਮੰਨ ਲਓ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਆਉਂਦਾ ਅਤੇ ਉਹ ਦੱਸਦਾ ਕਿ ਅਕਾਲੀ ਕੀ ਕਰ ਰਹੇ ਨੇ, ਆਮ ਆਦਮੀ ਪਾਰਟੀ ਵਾਲੇ ਕੀ ਕਰ ਰਹੇ ਨੇ, ਭਾਰਤੀ ਜਨਤਾ ਪਾਰਟੀ ਵਾਲੇ ਕੀ ਕਰ ਰਹੇ ਨੇ, ਉਹਨਾਂ ਦੀਆਂ ਦੱਸਦਾ ਵੀ ਅਸੀਂ ਕੀ ਵਧੀਆ ਕੀਤਾ। ਹਰੇਕ ਰਾਜਨੀਤਿਕ ਦਲ ਆਪਣੇ ਆਪ ਨੂੰ ਵਧੀਆ ਕਹਾਉਂਦਾ ਹੈ ਕਿ ਅਸੀਂ ਲੋਕਾਂ ਦਾ ਭਲਾ ਸੋਚਦੇ ਹਾਂ। ਫਿਰ ਘੰਟਾ ਕੀ ਅੱਧੇ ਘੰਟੇ ਬਾਅਦ ਉਹ ਉਮੀਦਵਾਰ ਚਲਾ ਜਾਂਦਾ। ਫਿਰ ਉਸ ਤੋਂ ਬਾਅਦ ਮੰਨ ਲਓ ਅਕਾਲੀ ਦਲ ਦਾ ਉਮੀਦਵਾਰ ਆ ਗਿਆ, ਫਿਰ ਆ ਕੇ ਉਸੇ ਸਟੇਜ ਇੱਕੋ ਹੀ ਹੁੰਦੀ ਆ, ਉਹੀ ਸਟੇਜ, ਉਹੀ ਲੋਕ ਸੁਣਨ ਵਾਲੇ। ਫਿਰ ਉਹ ਦੱਸਦਾ ਵੀ ਕਾਂਗਰਸੀਆਂ ਨੇ ਇਹ ਕੀਤਾ, ਵੀ ਅੱਧਾ ਘੰਟਾ ਪਹਿਲਾਂ ਕਾਂਗਰਸ ਦਾ ਉਮੀਦਵਾਰ ਆਇਆ ਸੀ, ਉਹ ਗੱਪ ਮਾਰ ਕੇ ਚਲਾ ਗਿਆ, ਝੂਠ ਬੋਲ ਕੇ ਚਲਾ ਗਿਆ, ਉਹਨਾਂ ਨੇ ਐਵੇਂ ਕੀਤਾ, ਲੋਕਾਂ ਨਾਲ ਧੱਕਾ ਕੀਤਾ। ਫਿਰ ਅੱਧੇ ਘੰਟੇ ਬਾਅਦ ਆਮ ਆਦਮੀ ਪਾਰਟੀ ਦਾ ਉਮੀਦਵਾਰ ਆਉਂਦਾ, ਫਿਰ ਉਹ ਦੱਸਦਾ ਕਿ ਜਿਹੜੇ ਇਸ ਤੋਂ ਪਹਿਲਾਂ ਦੋ ਆਏ ਸਨ ਉਹ ਦੋਨੇ ਝੂਠੇ ਨੇ, ਉਹਨਾਂ ਨੇ ਇਹ ਕੀਤਾ, ਉਹ ਕੀਤਾ। ਤਾਂ ਫਿਰ ਰਾਜਨੀਤਿਕ ਦਲ ਲੋਕਾਂ ਨੂੰ ਦੂਜੇ ਦਲਾਂ ਦੀਆਂ ਨੀਤੀਆਂ ਦੱਸਦੇ ਨੇ ਕਿ ਉਹ ਲੋਕਾਂ ਦੇ ਹਾਂ ਪੱਖੀ ਨੇ ਕਿ ਲੋਕਾਂ ਦੇ ਨਾ ਪੱਖੀ ਨੇ, ਕਿ ਲੋਕਾਂ ਲਈ ਚੰਗੀਆਂ ਨੇ ਜਾਂ ਲੋਕਾਂ ਲਈ ਮਾਰੂ ਨੇ। ਪੋਲੀਟੀਕਲ ਪਾਰਟੀਜ਼ ਟੈਲ ਦ ਪੀਪਲ ਅਬਾਊਟ ਦਾ ਪੋਲਿਸੀਜ਼ ਆਫ ਅਦਰ ਪਾਰਟੀਜ਼। ਉਹ ਆਪਣੇ ਦਲ ਦੀਆਂ ਨੀਤੀਆਂ ਦੇ ਨਾਲ ਨਾਲ ਦੂਜੇ ਦਲ ਦੀਆਂ ਨੀਤੀਆਂ ਬਾਰੇ ਵੀ ਦੱਸਦੇ ਹਨ। ਲੋਕ ਇਹਨਾਂ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਵੋਟਾਂ ਪਾਉਂਦੇ ਹਨ। ਫਿਰ ਪ੍ਰਚਾਰ ਤੋਂ ਬਾਅਦ ਪ੍ਰਚਾਰ ਕਰਦੇ ਨੇ, ਫਿਰ ਪ੍ਰਚਾਰ ਤੋਂ ਬਾਅਦ ਵੋਟਾਂ ਪੈਂਦੀਆਂ ਨੇ।
ਫਿਰ ਵੋਟ ਲੋਕ ਸਾਰੇ ਪ੍ਰਚਾਰ ਨੂੰ ਵੀ ਕਾਂਗਰਸ ਵਾਲੇ ਇਹ ਕਹਿ ਕੇ ਗਏ ਸੀ, ਆਮ ਆਦਮੀ ਪਾਰਟੀ ਵਾਲੇ ਇਹ ਕਹਿ ਕੇ ਗਏ ਸੀ, ਅਕਾਲੀ ਦਲ ਵਾਲੇ ਇਹ ਕਹਿ ਕੇ ਗਏ ਸੀ, ਤਾਂ ਲੋਕ ਫਿਰ ਦੇਖਦੇ ਨੇ ਵੀ ਇਹਨਾਂ ਦੇ ਵਿੱਚੋਂ ਉਹਨਾਂ ਦਾ ਭਲਾ ਕਿਹੜਾ ਦਲ ਕਰ ਸਕਦਾ। ਫਿਰ ਜਦੋਂ ਵੋਟਾਂ ਪੈਂਦੀਆਂ ਨੇ ਫਿਰ ਬੂਥ 'ਤੇ ਜਾ ਕੇ ਲੋਕ ਉਸੇ ਉਮੀਦਵਾਰ ਨੂੰ ਵੋਟ ਪਾਉਂਦੇ ਨੇ ਜੋ ਉਹਨਾਂ ਦੇ ਅਨੁਸਾਰ ਉਹਨਾਂ ਦਾ ਭਲਾ ਕਰੇਗਾ। ਤਾਂ ਲੋਕ ਇਹਨਾਂ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਵੋਟਾਂ ਪਾਉਂਦੇ ਹਨ। ਪੀਪਲ ਵੋਟ ਬੇਸਡ ਔਨ ਦੇਅਰ ਆਈਡੀਓਲੋਜੀ, ਉਹਨਾਂ ਦੀ ਵਿਚਾਰਧਾਰਾ ਕੀ ਹੈ, ਕਿਹੜੇ ਦਲ ਦੀ ਵਿਚਾਰਧਾਰਾ ਲੋਕਾਂ ਦੇ ਪੱਖ ਵਿੱਚ ਹੈ। ਅਗਲਾ ਕੁਐਸਚਨ, ਗੁਪਤ ਮਤਦਾਨ ਕੀ ਹੁੰਦਾ ਹੈ, ਇਸ ਦਾ ਕੀ ਮਹੱਤਵ ਹੈ। ਵਟ ਇਜ਼ ਏ ਸੈਕਰੇਟ ਬੈਲਟ ਸਿਸਟਮ, ਵਟ ਇਜ਼ ਇਟਸ ਇੰਪੋਰਟੈਂਸ। ਜਦੋਂ ਕੋਈ ਵੋਟਰ ਪੋਲਿੰਗ ਬੂਥ 'ਤੇ ਆਪਣਾ ਵੋਟ ਪਾਉਂਦਾ ਹੈ ਤਾਂ ਕਿਸੇ ਰਾਜਨੀਤਿਕ ਦਲ ਜਾਂ ਵਿਅਕਤੀ ਨੂੰ ਇਹ ਪਤਾ ਨਹੀਂ ਲੱਗਦਾ ਕਿ ਵੋਟ ਕਿਸ ਨੂੰ ਪਾਈ ਹੈ। ਵੈਨ ਏ ਵੋਟਰ ਕਾਸਟਸ ਹਿਜ਼ ਔਰ ਹਰ ਵੋਟ, ਹਿਜ਼ ਮੇਲ ਪਰਸਨ ਵਾਸਤੇ ਅਤੇ ਹਰ ਔਰਤਾਂ ਵਾਸਤੇ, ਹਿਜ਼ ਔਰ ਹਰ ਵੋਟ ਐਟ ਏ ਪੋਲਿੰਗ ਬੂਥ, ਨੋ ਪੋਲੀਟੀਕਲ ਪਾਰਟੀ ਔਰ ਇੰਡੀਵਿਜ਼ੂਅਲ, ਕਿਸੇ ਵੀ ਰਾਜਨੀਤਿਕ ਦਲ ਜਾਂ ਕਿਸੇ ਵੀ ਵਿਅਕਤੀ ਨੂੰ ਨੋਜ਼ ਹੂ ਗੋਟ ਦਾ ਵੋਟ, ਕਿ ਵੋਟ ਕਿਸ ਨੂੰ ਪਾਈ ਹੈ, ਕਿਸੇ ਵੀ ਰਾਜਨੀਤਿਕ ਦਲ ਜਾਂ ਕਿਸੇ ਵੀ ਵਿਅਕਤੀ ਨੂੰ ਇਹ ਪਤਾ ਨਹੀਂ ਲੱਗਦਾ। ਅਸੀਂ ਇਸ ਨੂੰ ਗੁਪਤ ਮਤਦਾਨ ਕਹਿੰਦੇ ਹਾਂ। ਅਤੇ ਤੁਸੀਂ ਕਦੇ ਆਪਣੇ ਮੰਮੀ ਪਾਪਾ ਨਾਲ ਵੋਟ ਪਾਉਣ ਗਏ ਹੋਵੋਗੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਕਮਰੇ ਦੇ ਵਿੱਚ ਜਾਂਦੇ ਹਨ, ਫਿਰ ਉੱਥੇ ਅਧਿਕਾਰੀ ਬੈਠੇ ਨੇ, ਇੱਕ ਅਧਿਕਾਰੀ ਨਾਮ ਦੀ ਛਾਣਬੀਨ ਕਰਦਾ ਅਤੇ ਦੂਜਾ ਅਧਿਕਾਰੀ ਉਂਗਲ ਦੇ ਉੱਤੇ ਇੱਕ ਸਿਆਹੀ ਲਾਉਂਦਾ, ਭਾਵ ਇਹ ਬੰਦਾ ਵੋਟ ਪਾ ਗਿਆ। ਫਿਰ ਉਸ ਨੂੰ ਪਰਚੀ ਦਿੱਤੀ ਜਾਂਦੀ ਹੈ ਅਤੇ ਅੱਗੇ ਇੱਕ ਪਰਦਾ ਲਾਇਆ ਹੁੰਦਾ ਅਤੇ ਉਸ ਪਰਦੇ ਦੇ ਵਿੱਚ ਬੈਲਟ ਪੇਪਰ, ਵਰਤਮਾਨ ਸਮੇਂ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਚੱਲ ਪਈਆਂ ਨੇ ਅਤੇ ਉੱਥੇ ਪਰਦੇ ਅੰਦਰ ਜਾ ਕੇ ਉਹ ਪਰਚੀ ਜਾਂ ਜਿਹੜਾ ਮਸ਼ੀਨ ਹੁੰਦੀ ਹੈ ਉਸ ਦਾ ਬਟਨ ਦੱਬ ਆਉਂਦਾ ਅਤੇ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਵੋਟ ਕਿਸ ਨੂੰ ਪਈ ਹੈ। ਇਹ ਹੁੰਦਾ ਹੈ ਸੀਕ੍ਰੇਟ ਬੈਲਟ ਸਿਸਟਮ। ਇਸ ਦਾ ਮਹੱਤਵ, ਇਸ ਦੁਆਰਾ ਵਿਅਕਤੀ ਆਪਣੀ ਸੁਤੰਤਰਤਾ ਕਾਇਮ ਰੱਖ ਕੇ ਕਿਸੇ ਵੀ ਉਮੀਦਵਾਰ ਨੂੰ ਵੋਟ ਕਰ ਸਕਦਾ ਹੈ। ਦਿਸ ਅਲਾਉਜ਼ ਏ ਪਰਸਨ ਟੂ ਵੋਟ ਫੋਰ ਐਨੀ ਕੈਂਡੀਡੇਟ ਵਾਈਲ ਮੇਨਟੇਨਿੰਗ ਹਿਜ਼ ਫਰੀਡਮ, ਕਿ ਕੋਈ ਵੀ ਵਿਅਕਤੀ ਉਸ ਨੂੰ ਬਾਅਦ ਦੇ ਵਿੱਚ ਇਹ ਨਹੀਂ ਕਹਿ ਸਕਦਾ ਵੀ ਮੈਂ ਤੇਰਾ ਕੰਮ, ਮੰਨ ਲਓ ਵੋਟਾਂ ਪੈ ਰਹੀਆਂ ਨੇ ਅਤੇ ਸਾਹਮਣੇ ਵੋਟਾਂ ਪੈ ਰਹੀਆਂ ਨੇ ਵੀ ਕਿਹਨੇ ਵੋਟ ਕਿਹਨੂੰ ਪਾਈ, ਕਿਹਨੂੰ ਨਹੀਂ ਪਾਈ, ਅਤੇ ਜਿਹੜਾ ਉਮੀਦਵਾਰ ਜਿੱਤ ਜਾਏਗਾ ਤਾਂ ਫਿਰ ਉਹਦਾ ਬਾਅਦ ਦੇ ਵਿੱਚ ਇਹ ਦੇਖ ਕੇ ਕੰਮ ਕਰੇਗਾ ਵੀ ਇਸ ਨੇ ਮੈਨੂੰ ਵੋਟ ਪਾਈ ਸੀ, ਇਸ ਨੇ ਮੈਨੂੰ ਵੋਟ ਨਹੀਂ ਪਾਈ ਸੀ। ਭਾਵੇਂ ਵੋਟ ਪਾਈ ਭਾਵੇਂ ਨਾ ਪਾਈ, ਇਸ ਦੇ ਲਈ ਗੁਪਤ ਰੱਖਿਆ ਗਿਆ। ਜਦੋਂ ਕੋਈ ਉਮੀਦਵਾਰ ਜਿੱਤ ਜਾਂਦਾ ਤਾਂ ਇਸ ਦਾ ਮਤਲਬ ਉਸ ਨੂੰ ਹਰੇਕ ਵਿਅਕਤੀ ਨੇ ਵੋਟ ਪਾਈ, ਚਾਹੇ ਉਹਨੇ ਵੋਟ ਪਾਈ ਚਾਹੇ ਨਾ ਪਾਈ। ਅਤੇ ਕੰਮ ਕਰਾਉਣ ਲੱਗੇ ਉਹ ਇਹ ਨਹੀਂ ਪੁੱਛ ਸਕਦਾ ਵੀ ਤੈਂ ਮੈਨੂੰ ਵੋਟ ਪਾਈ ਸੀ ਜਾਂ ਨਹੀਂ ਪਾਈ ਸੀ। ਤਾਂ ਬਾਅਦ ਦੇ ਵਿੱਚ ਕੋਈ ਨਹੀਂ ਕਹਿੰਦਾ ਕਿ ਮੈਂ ਤੈਨੂੰ ਵੋਟ ਨਹੀਂ ਪਾਈ, ਤਾਂ ਹਰ ਕੋਈ ਕਹਿੰਦਾ ਜੇ ਤੇਰੀ ਜਿੱਤ ਪ੍ਰਾਪਤ ਹੋਈ ਆ, ਤੇਰੀ ਜਿੱਤ ਫੇਰ ਹੀ ਪ੍ਰਾਪਤ ਹੋਈ ਹੈ ਜੇ ਤੈਨੂੰ ਮੈਂ ਵੋਟ ਪਾਈ ਸੀ, ਨਹੀਂ ਤੂੰ ਕਿਵੇਂ ਜਿੱਤ ਗਿਆ। ਇਸ ਲਈ ਇਸ ਦੁਆਰਾ ਵਿਅਕਤੀ ਆਪਣੀ ਸੁਤੰਤਰਤਾ ਕਾਇਮ ਰੱਖ ਕੇ ਕਿਸੇ ਵੀ ਉਮੀਦਵਾਰ ਨੂੰ ਵੋਟ ਕਰ ਸਕਦਾ ਹੈ, ਕਿਸੇ ਵੀ ਉਮੀਦਵਾਰ ਨੂੰ ਵੋਟ ਕਰ ਸਕਦਾ ਹੈ। ਅਗਲਾ ਕੁਐਸਚਨ, ਲੋਕਤੰਤਰ ਵਿੱਚ ਵਿਰੋਧੀ ਦਲ ਦੀ ਭੂਮਿਕਾ ਬਾਰੇ ਲਿਖੋ। ਰਾਈਟ ਏ ਸ਼ੋਰਟ ਨੋਟ ਔਨ ਦਾ ਇੰਪੋਰਟੈਂਸ ਆਫ ਓਪੋਜੀਸ਼ਨ ਪਾਰਟੀ ਇਨ ਡੈਮੋਕ੍ਰੇਸੀ। ਵੋਟਾਂ ਦੇ ਨਤੀਜੇ ਵਿੱਚ ਦੂਜੇ ਸਥਾਨ 'ਤੇ ਰਹੇ ਦਲ ਨੂੰ ਵਿਰੋਧੀ ਦਲ ਕਿਹਾ ਜਾਂਦਾ ਹੈ। ਦਾ ਪਾਰਟੀ ਵਿਚ ਕੇਮ ਸੈਕਿੰਡ ਇਨ ਦਾ ਰਿਜ਼ਲਟ ਆਫ ਵੋਟ ਇਜ਼ ਕਾਲਡ ਓਪੋਜੀਸ਼ਨ। ਜਿਹੜੀ ਪਾਰਟੀ ਨੂੰ ਦੂਜੇ ਨੰਬਰ 'ਤੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੁੰਦੀਆਂ ਨੇ ਤਾਂ ਉਸ ਨੂੰ ਵਿਰੋਧੀ ਦਲ, ਉਸ ਨੂੰ ਓਪੋਜੀਸ਼ਨ ਪਾਰਟੀ ਕਿਹਾ ਜਾਂਦਾ ਹੈ। ਵਿਰੋਧੀ ਦਲ ਲੋਕਤੰਤਰ ਦੀ ਆਤਮਾ ਹੈ। ਓਪੋਜੀਸ਼ਨ ਪਾਰਟੀ ਇਜ਼ ਦਾ ਸਾਊਲ ਆਫ ਡੈਮੋਕ੍ਰੇਸੀ, ਕਿਉਂਕਿ ਵਿਰੋਧੀ ਦਲ ਹੀ ਲੋਕਾਂ ਦੀ ਜਾਨ ਹੁੰਦਾ ਹੈ,
ਵਿਰੋਧੀ ਦਲ ਸ਼ਾਸਕ ਦਲ ਉੱਤੇ ਨਿਰੰਤਰਣ ਰੱਖਦਾ ਹੈ। ਦ ਓਪੋਜੀਸ਼ਨ ਕੰਟਰੋਲ ਦਾ ਰੂਲਿੰਗ ਪਾਰਟੀ। ਵਿਰੋਧੀ ਦਲ ਸ਼ਾਸਕ ਦਲ ਜਿਸ ਦੀ ਸਰਕਾਰ ਬਣ ਜਾਂਦੀ ਹੈ ਉਸ 'ਤੇ ਕੰਟਰੋਲ ਰੱਖਦਾ ਹੈ। ਜੇਕਰ ਕੋਈ ਵੀ ਉਹ ਅਜਿਹੀ ਨੀਤੀ ਲੈ ਕੇ ਆਉਂਦੀ ਹੈ ਸ਼ਾਸਕ ਦਲ, ਤਾਂ ਵਿਰੋਧੀ ਦਲ ਨਾਲ ਦੀ ਨਾਲ ਉਸ ਦਾ ਵਿਰੋਧ ਕਰਦਾ ਹੈ ਅਤੇ ਲੋਕਾਂ ਨੂੰ ਦੱਸਦਾ ਹੈ ਕਿ ਇਹ ਸ਼ਾਸਕ ਦਲ ਤੁਹਾਡੇ ਲਈ ਇਹ ਮਾਰੂ ਨੀਤੀ ਲੈ ਕੇ ਆ ਰਿਹਾ ਹੈ। ਵਿਰੋਧੀ ਦਲ ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਦਾ ਹੈ। ਓਪੋਜੀਸ਼ਨ ਸਟਾਪਸ ਦਾ ਗਵਰਨਮੈਂਟ ਫਰੋਮ ਬਿਕਮਿੰਗ ਏ ਡਿਕਟੇਟਰ। ਤਾਨਾਸ਼ਾਹ ਹੁੰਦਾ ਗਾ ਜੋ ਆਪਣਾ ਹੀ ਰਾਜ ਚਲਾਵੇ, ਆਪਣੀ ਹੀ ਮਰਜ਼ੀ ਚਲਾਵੇ, ਕਿਸੇ ਦੀ ਨਾ ਸੁਣੇ। ਤਾਂ ਜੋ ਵਿਰੋਧੀ ਦਲ ਹੈ ਉਹ ਸਰਕਾਰ ਨੂੰ ਅਜਿਹਾ ਹੋਣ ਤੋਂ ਰੋਕਦਾ ਹੈ, ਕਿਉਂਕਿ ਸਰਕਾਰ ਨੂੰ ਪਤਾ ਹੁੰਦਾ ਵੀ 5 ਸਾਲ ਨੇ, 5 ਸਾਲ ਤੋਂ ਬਾਅਦ ਜੇ ਅਸੀਂ ਲੋਕਾਂ ਦੇ ਵਿਰੁੱਧ ਕੰਮ ਕਰਾਂਗੇ ਤਾਂ ਜਿਹੜੀ ਵਿਰੋਧੀ ਪਾਰਟੀ ਆ ਇਹਦੀ ਸਰਕਾਰ ਬਣਨ ਦੀ ਤਿਆਰੀ ਹੈ। ਵਿਰੋਧੀ ਦਲ ਕਾਨੂੰਨ ਬਣਾਉਣ ਵਿੱਚ ਸਹਿਯੋਗ ਦਿੰਦਾ ਹੈ। ਓਪੋਜੀਸ਼ਨ ਪਾਰਟੀਜ਼ ਸਪੋਰਟ ਇਨ ਮੇਕਿੰਗ ਦਾ ਲਾਜ਼। ਜਿਹੜੇ ਵੀ ਕਾਨੂੰਨ ਬਣਦੇ ਨੇ ਜਦੋਂ ਉਸ ਨੂੰ ਸੈਸ਼ਨ ਦੇ ਦੌਰਾਨ ਪੇਸ਼ ਕੀਤਾ ਜਾਂਦਾ ਤਾਂ ਵਿਰੋਧੀ ਦਲ ਨੂੰ ਉਸ ਦੀ ਬਰਾਬਰ ਪੜਤ ਮਿਲਦੀ ਹੈ ਪੜ੍ਹਨ ਵਾਸਤੇ, ਅਤੇ ਉਹ ਚੰਗੀ ਤਰ੍ਹਾਂ ਪੜ੍ਹ ਕੇ ਦੇਖਦਾ ਹੈ ਕਿ ਕਿਹੜੀ ਨੀਤੀ ਕਿੱਥੇ ਕੁ ਜਾ ਰਹੀ ਹੈ, ਵਿਰੁੱਧ ਜਾ ਰਹੀ ਹੈ ਜਾਂ ਪੱਖ ਵਿੱਚ ਜਾ ਰਹੀ ਹੈ। ਤਾਂ ਹਰੇਕ ਕਾਨੂੰਨ ਬਣਦੇ ਵਿੱਚ ਵਿਰੋਧੀ ਧਿਰ ਦਾ ਵੀ ਬਰਾਬਰ ਦਾ ਹੀ ਹੱਥ ਹੁੰਦਾ ਹੈ ਜਿੰਨਾ ਸ਼ਾਸਕ ਦਲ ਦਾ। ਇਹ ਵਿਰੋਧੀ ਦਲ ਦੀ ਮਹੱਤਤਾ ਹੈ। ਅਗਲਾ ਕੁਐਸਚਨ, ਵਿਰੋਧੀ ਦਲ ਦੇ ਕੰਮਾਂ ਦਾ ਵਰਣਨ ਕਰੋ। ਰਾਈਟ ਦਾ ਫੰਕਸ਼ਨਜ਼ ਆਫ ਪੋਲੀਟੀਕਲ ਪਾਰਟੀ। ਇਹ ਕੁਐਸਚਨ ਬਿਲਕੁਲ ਜੋ ਅਸੀਂ ਕੁਐਸਚਨ ਉੱਪਰ ਕੀਤਾ ਥਰਡ ਕੁਐਸਚਨ ਇਸ ਦੇ ਨਾਲ ਹੀ ਮੈਚ ਕਰਦਾ, ਅਤੇ ਤੁਸੀਂ ਜੋ ਆਪਾਂ ਪੁਆਇੰਟ ਇਸ ਤੋਂ ਪਹਿਲਾਂ ਥਰਡ ਕੁਐਸਚਨ ਦੇ ਕੀਤੇ ਹਨ ਅਤੇ ਤੁਸੀਂ ਇਹੀ ਪੁਆਇੰਟ ਇਸ ਕੁਐਸਚਨ ਦੇ ਲਿਖ ਸਕਦੇ ਹੋ। ਇਸ ਦੇ ਲਈ ਮੈंने ਇਸ ਦਾ ਕੋਈ ਵੱਖਰਾ ਆਨਸਰ ਨਹੀਂ ਲਿਖਿਆ। ਅਗਲਾ ਕੁਐਸਚਨ, ਰਾਜਨੀਤਿਕ ਦਲਾਂ ਦੇ ਕੋਈ 2 ਕੰਮ ਲਿਖੋ। ਰਾਈਟ ਐਨੀ 2 ਫੰਕਸ਼ਨਜ਼ ਆਫ ਦਾ ਓਪੋਜੀਸ਼ਨ ਪਾਰਟੀ। ਚੋਣਾਂ ਲੜਨਾ ਅਤੇ ਸਰਕਾਰ ਬਣਾਉਣਾ। ਜੋ ਦਲ ਕਿਉਂ ਬਣਦਾ? ਚੋਣ ਲੜਨ ਲਈ ਅਤੇ ਸਰਕਾਰ ਬਣਾਉਣ ਲਈ। ਕੰਟੈਸਟਿੰਗ ਇਲੈਕਸ਼ਨਜ਼ ਐਂਡ ਫਾਰਮਿੰਗ ਦਾ ਗਵਰਨਮੈਂਟ। ਰਾਜਨੀਤਿਕ ਦਲਾਂ ਦਾ ਮੁੱਖ ਕੰਮ ਚੋਣਾਂ ਲੜਨਾ ਅਤੇ ਸ਼ਾਸਨ ਸ਼ਕਤੀ ਪ੍ਰਾਪਤ ਕਰਨਾ ਹੈ। ਦਾ ਮੇਨ ਟਾਸਕ ਆਫ ਦਾ ਪੋਲੀਟੀਕਲ ਪਾਰਟੀਜ਼ ਇਜ਼ ਟੂ ਕੰਟੈਸਟ ਇਲੈਕਸ਼ਨਜ਼ ਐਂਡ ਗੇਨ ਪਾਵਰ। ਜੇਕਰ ਹੱਥ ਵਿੱਚ ਸ਼ਕਤੀ ਹੋਵੇਗੀ ਫਿਰ ਹੀ ਦਲ ਕੁਝ ਕਰ ਸਕਦਾ, ਨਹੀਂ ਉਸ ਦਲ ਦੇ ਪੱਲੇ ਕੱਖ ਨਹੀਂ ਹੁੰਦਾ। ਅਗਲਾ, ਜਨਤਾ ਦੇ ਹਿੱਤਾਂ ਦੀ ਰੱਖਿਆ ਕਰਨਾ। ਇਹ ਦਲ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਕੇ ਜਨਤਾ ਕਰਨਾ ਤੱਤੇ ਨੂੰ ਕਰਨਾ ਪਾ ਲੈਣਾ, ਜਨਤਾ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ। ਪ੍ਰੋਟੈਕਟਿੰਗ ਦਾ ਪਬਲਿਕ ਇੰਟਰਸਟ। ਥੀਜ਼ ਪਾਰਟੀਜ਼ protect the public interest by criticize the wrong policies of the government। ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਕੇ ਇਹ ਦਲ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ। ਲੋਕਤੰਤਰ ਵਿੱਚ ਚੋਣਾਂ ਦਾ ਕੀ ਮਹੱਤਵ ਹੈ? ਵਾਟ ਇਜ਼ ਦਾ ਇੰਪੋਰਟੈਂਸ ਆਫ ਇਲੈਕਸ਼ਨ ਇਨ ਡੈਮੋਕ੍ਰੇਸੀ। ਚੋਣਾਂ ਦੁਆਰਾ ਹੀ ਲੋਕ ਆਪਣੇ ਪ੍ਰਤੀਨਿਧੀ ਚੁਣਦੇ ਹਨ। ਚੋਣਾਂ ਲੋਕਤੰਤਰ ਦੀ ਆਤਮਾ ਹਨ। ਇਟ ਇਜ਼ ਥਰੂ ਇਲੈਕਸ਼ਨ ਡੈਟ ਪੀਪਲ ਇਲੈਕਟ ਦੇਅਰ ਰਿਪਰੈਜ਼ੈਂਟੇਟਿਵ। ਚੋਣਾਂ ਦੁਆਰਾ ਹੀ ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ। ਚੋਣਾਂ ਦੁਆਰਾ ਹੀ ਲੋਕ ਸਰਕਾਰ ਨੂੰ ਬਦਲ ਸਕਦੇ ਹਨ। ਓਨਲੀ ਥਰੂ ਇਲੈਕਸ਼ਨਜ਼ ਦਾ ਪੀਪਲ ਕੈਨ ਚੇਂਜ ਦਾ ਗਵਰਨਮੈਂਟ। ਕਿਉਂਕਿ ਲੋਕ ਸਰਕਾਰ ਨੂੰ ਹਿੰਸਕ ਘਟਨਾਵਾਂ ਰਾਹੀਂ ਨਹੀਂ, ਸਗੋਂ ਚੋਣਾਂ ਰਾਹੀਂ ਸੌਖੇ ਢੰਗ ਨਾਲ ਬਦਲ ਸਕਦੇ ਨੇ। ਚੋਣਾਂ ਦੇ ਡਰ ਕਾਰਨ ਹੀ ਸਰਕਾਰ ਤਾਨਾਸ਼ਾਹ ਨਹੀਂ ਬਣ ਸਕਦੀ। ਫੀਅਰ ਆਫ ਇਲੈਕਸ਼ਨਜ਼ ਅਲੋਨ ਕੈਨ ਨਾਟ ਮੇਕ ਏ ਗਵਰਨਮੈਂਟ ਏ ਡਿਕਟੇਟਰ। ਸਰਕਾਰ ਨੂੰ ਪਤਾ ਹੁੰਦਾ 5 ਸਾਲਾਂ ਬਾਅਦ ਵੋਟਾਂ ਪੈ ਜਾਣੀਆਂ ਨੇ, ਜੇਕਰ ਅਸੀਂ ਲੋਕਾਂ ਦੇ ਵਿਰੁੱਧ ਗਲਤ ਨੀਤੀਆਂ ਲਿਆਵਾਂਗੇ ਤਾਂ ਫਿਰ ਅਗਲੀ ਵਾਰ ਸਾਨੂੰ ਕਿਸੇ ਨੇ ਨਹੀਂ ਜਿਤਾਉਣਾ। ਤਾਂ ਸਰਕਾਰ ਤਾਨਾਸ਼ਾਹ ਬਣਨ ਤੋਂ ਰੁਕਦੀ ਹੈ ਚੋਣਾਂ ਦੇ ਕਾਰਨ। ਇਹ ਚੋਣਾਂ ਦੀ ਮਹੱਤਤਾ ਹੈ, ਵੋਟਾਂ ਦੀ ਮਹੱਤਤਾ ਹੈ। ਖਾਲੀ ਥਾਵਾਂ ਭਰੋ। ਸਾਡੇ ਭਾਰਤ ਵਿੱਚ ਪ੍ਰਤੀਨਿਧ ਲੋਕਤੰਤਰ ਪ੍ਰਣਾਲੀ ਹੈ। ਦੇਅਰ ਇਜ਼ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਇਨ ਇੰਡੀਆ। ਭਾਰਤ ਵਿੱਚ ਅਸਿੱਧਾ ਲੋਕਤੰਤਰ ਹੈ। ਇਨਡਾਇਰੈਕਟ ਸਿੱਧਾ ਲੋਕਤੰਤਰ ਨਹੀਂ, ਪ੍ਰਤੀਨਿਧ ਲੋਕਤੰਤਰ ਹੈ।
ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ। ਐਨ ਇੰਡੀਪੈਂਡੈਂਟ ਇੰਸਟੀਟਿਊਸ਼ਨ ਵਿਚ ਕੰਡਕਟ ਇਲੈਕਸ਼ਨਸ ਇਨ ਆਵਰ ਕੰਟਰੀ ਇਜ਼ ਨੋਨ ਐਜ਼ ਇਲੈਕਸ਼ਨ ਕਮਿਸ਼ਨ। ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਇਲੈਕਸ਼ਨ ਕਮਿਸ਼ਨ ਕਹਿੰਦੇ ਹਾਂ। ਵਰਤਮਾਨ ਸਮੇਂ ਇਹ 3 ਮੈਂਬਰੀ ਹੈ, ਇੱਕ ਮੁੱਖ ਚੋਣ ਕਮਿਸ਼ਨਰ ਅਤੇ 2 ਚੋਣ ਕਮਿਸ਼ਨਰ। ਅਗਲਾ, ਭਾਰਤ ਵਿੱਚ ਘੱਟੋ ਘੱਟ 18 ਸਾਲ ਦੀ ਉਮਰ ਵਾਲੇ ਨਾਗਰਿਕ ਨੂੰ ਵੋਟ ਦਾ ਅਧਿਕਾਰ ਹੁੰਦਾ ਹੈ, ਜਿਸ ਨੂੰ ਅਸੀਂ ਬਾਲਗ ਕਹਿੰਦੇ ਹਾਂ। ਐਨ ਅਡਲਟ ਆਫ 18 years ਹੈਜ਼ ਰਾਈਟ ਟੂ ਵੋਟ ਇਨ ਇੰਡੀਆ। ਇੰਗਲੈਂਡ ਅਤੇ ਅਮਰੀਕਾ ਵਿੱਚ 2 ਦਲ ਅਤੇ ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ। ਇੰਗਲੈਂਡ ਐਂਡ USA ਕੰਟਰੀ ਹੈਜ਼ ਡਿਊਲ ਪਾਰਟੀ ਸਿਸਟਮ। ਇੰਡੀਆ ਹੈਜ਼ ਮਲਟੀ ਪਾਰਟੀ ਸਿਸਟਮ। ਇੱਕ ਨਾਗਰਿਕ ਇੱਕ ਵੋਟ, ਇੱਕ ਨਾਗਰਿਕ ਇੱਕ ਵੋਟ ਨਾਗਰਿਕਾਂ ਦੀ ਸਮਾਨਤਾ 'ਤੇ ਆਧਾਰਿਤ ਹੈ। ਵਨ ਸਿਟੀਜ਼ਨ ਵਨ ਵੋਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਇਕੁਅਲਿਟੀ। ਭਾਵ ਚਾਹੇ ਉਹ ਬੰਦਾ ਅਮੀਰ ਹੈ, ਚਾਹੇ ਉਹ ਗਰੀਬ ਹੈ, ਚਾਹੇ ਜਿਹੜੀ ਮਰਜ਼ੀ ਜਾਤੀ ਦਾ, ਹਰੇਕ ਵਿਅਕਤੀ ਦੀ ਵੋਟ ਦਾ ਮੁੱਲ ਇੱਕ ਹੀ ਹੋਵੇਗਾ। ਇਹ ਨਹੀਂ ਹੋਵੇਗਾ ਵੀ ਜਿਸ ਕੋਲ ਜ਼ਿਆਦਾ ਪੈਸਾ ਹੈ ਉਸ ਦੀ ਵੋਟ ਦੀ ਕੀਮਤ ਜ਼ਿਆਦਾ ਹੋਵੇਗੀ। ਇਹ ਫਿਰ ਸਮਾਨਤਾ ਦੇ ਅਧਿਕਾਰ ਦੇ ਵਿਰੁੱਧ ਹੋ ਜਾਏਗਾ। ਤਾਂ ਇੱਕ ਨਾਗਰਿਕ ਇੱਕ ਵੋਟ ਨਾਗਰਿਕਾਂ ਦੀ ਸਮਾਨਤਾ 'ਤੇ ਆਧਾਰਿਤ ਹੈ। ਮਲਟੀਪਲ ਚੁਆਇਸ ਕੁਐਸਚਨ। ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ? ਕਿੰਨੀ ਹੈ? 18 ਸਾਲ। 18 ਸਾਲ ਅਡਲਟ। ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲ ਲਈ ਕੀਤੀ ਜਾਂਦੀ ਹੈ? 5 ਸਾਲ 5 years। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਹੋਈ 1885 1885। ਇੱਕ ਅੰਗਰੇਜ਼ ਅਧਿਕਾਰੀ A.O. ਹਿਊਮ ਨੇ ਕੀਤੀ ਸੀ। ਸਹੀ ਜਾਂ ਗਲਤ? ਭਾਰਤ ਰਾਜ ਵਿੱਚ ਇਸ ਸਮੇਂ ਬਾਲਗ ਨਾਗਰਿਕ ਦੀ ਉਮਰ 18 ਸਾਲ ਹੈ। ਬਿਲਕੁਲ ਸਹੀ ਹੈ। ਇਨ ਇੰਡੀਆ ਨਾਓ ਅਡਲਟਹੁੱਡ ਇਜ਼ ਅਟੇਨਡ ਬਾਏ ਦਾ ਏਜ ਆਫ 18 years। ਟਰੂ। ਬਿਲਕੁਲ ਸਹੀ ਹੈ। ਭਾਰਤ ਵਿੱਚ 2 ਦਲੀ ਰਾਜਨੀਤਿਕ ਪ੍ਰਣਾਲੀ ਹੈ। ਗਲਤ ਹੈ। ਭਾਰਤ ਵਿੱਚ ਬਹੁਦਲੀ ਮਲਟੀ ਪਾਰਟੀ ਸਿਸਟਮ ਹੈ। ਵਿਰੋਧੀ ਦਲ ਸੰਸਦ ਵਿੱਚ ਸਰਕਾਰ ਦੀ ਆਲੋਚਨਾ ਹੀ ਨਹੀਂ ਕਰਦਾ, ਸਗੋਂ ਸਹੀ ਲੋਕ ਰਾਏ ਵੀ ਬਣਾਉਂਦਾ ਹੈ। The opposition not merely criticize the government in parliament and state legislature, but it also helps to formulate public opinion। True। ਬਿਲਕੁਲ ਸਹੀ ਹੈ। ਲੋਕ ਰਾਏ, ਲੋਕਾਂ ਦੀ ਰਾਏ ਵਿਰੋਧੀ ਦਲ ਹੀ ਰੱਖਦਾ ਹੈ ਕਿ ਲੋਕ ਕੀ ਚਾਹੁੰਦੇ ਹਨ। ਇਸ ਤਰ੍ਹਾਂ ਅਸੀਂ ਨੇ ਇਸ ਪਾਠ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਹਨ। ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਜੋ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹ ਰਹੇ ਨੇ ਉਹਨਾਂ ਨੂੰ ਪੰਜਾਬੀ 'ਚ ਸਮਝ ਆ ਸਕੇ ਨਾਲ ਨਾਲ, ਅਤੇ ਜੋ ਪੰਜਾਬੀ ਮੀਡੀਅਮ 'ਚ ਪੜ੍ਹ ਰਹੇ ਨੇ ਉਹਨਾਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਨ ਦਾ ਹੌਸਲਾ ਪੈ ਸਕੇ। ਮੇਰਾ ਉਦੇਸ਼ ਹੈ। ਤਈਓ ਮੈਂ ਦੋਨੇ ਹੀ ਮੀਡੀਅਮ ਵਿੱਚ ਆਮੋ ਸਾਹਮਣੇ ਤਿਆਰ ਕੀਤੇ ਨੇ ਤਾਂ ਜੋ ਵਿਦਿਆਰਥੀ ਨੂੰ ਵੱਧ ਤੋਂ ਵੱਧ ਮੋਟੀਵੇਸ਼ਨ ਮਿਲ ਸਕੇ। ਧੰਨਵਾਦ।